ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਖੇਤੀਬਾੜੀ ਬਾਰੇ ਜਾਣਕਾਰੀ ਤੇ। ਸੋ ਕਿਸਾਨ ਵੀਰੋ, ਅੱਜ ਅਸੀਂ ਤੁਹਾਡੇ ਨਾਲ ਝੋਨੇ ਦੇ ਵਿੱਚ ਕਾਲੇ ਤੇਲੇ ਦਾ ਹਮਲਾ ਕਦੋਂ ਹੁੰਦਾ ਹੈ ਤੇ ਇਸ ਦੀ ਅਸੀਂ ਰੋਕਥਾਮ ਕਿਸ ਤਰ੍ਹਾਂ ਕਰ ਸਕਦੇ ਹਾਂ ਉਸ ਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ। ਸੋ ਕਿਸਾਨ ਵੀਰੋ, ਜੋ ਝੋਨੇ ਦਾ ਕਾਲਾ ਤੇਲਾ ਹੁੰਦਾ ਹੈ ਇਹ ਅਸਲ ਦੇ ਵਿੱਚ ਕੋਈ ਤੇਲਾ ਨਹੀਂ ਹੁੰਦਾ, ਇਹ ਇੱਕ ਤਰ੍ਹਾਂ ਦਾ ਪਲਾਂਟ ਹੋਪਰ ਹੁੰਦਾ ਹੈ। ਪਲਾਂਟ ਹੋਪਰ ਅੱਗੇ ਇਹਨਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਇੱਕ ਚਿੱਟੀ ਪਿੱਠ ਵਾਲਾ ਤੇ ਦੂਸਰਾ ਭੂਰੀ ਪਿੱਠ ਵਾਲਾ। ਜੋ ਇਹ ਤੇਲਾ ਹੁੰਦਾ ਇਹ ਝੋਨੇ ਦੇ ਮੁੱਢਾਂ ਦੇ ਵਿੱਚ ਆਮ ਤੌਰ ਤੇ ਰਹਿੰਦਾ, ਜਿੱਥੇ ਪਾਣੀ ਦੀ ਸਤ੍ਹਾ ਤੋਂ ਉੱਪਰ ਮੁੱਢ ਸ਼ੁਰੂ ਹੁੰਦੇ ਆ ਬੂਟੇ ਦੇ, ਉੱਥੇ ਹੀ ਇਹ ਆਪਣਾ ਘਰ ਬਣਾ ਕੇ ਰਹਿੰਦਾ। ਇਸ ਦੇ ਆਂਡੇ, ਬੱਚੇ ਅਤੇ ਬਾਲਗ ਤਿੰਨੇ ਹੀ ਇੱਥੇ ਆਪਣੀ ਜਿਹੜੀ ਜਗ੍ਹਾ ਬਣਾ ਕੇ ਰਹਿੰਦੇ ਆ ਤੇ ਇੱਥੋਂ ਹੀ ਬੂਟੇ ਦਾ ਰਸ ਚੂਸਦੇ ਰਹਿੰਦੇ ਆ। ਜੋ ਇਸ ਦੇ ਬੱਚੇ ਅਤੇ ਬਾਲਗ ਆ ਉਹ ਦੋਵੇਂ ਹੀ ਝੋਨੇ ਦੇ ਬੂਟਿਆਂ ਲਈ ਖਤਰਨਾਕ ਹਨ, ਕਿਉਂਕਿ ਦੋਨੇ ਹੀ ਝੋਨੇ ਦੇ ਬੂਟਿਆਂ ਉੱਪਰ ਹਮਲਾ ਕਰਦੇ ਆ। ਜੋ ਕਿਸਾਨ ਵੀਰੋ, ਇਹ ਕਾਲੇ ਤੇਲੇ ਦਾ ਹਮਲਾ ਇਹ ਇੱਕਸਾਰ ਖੇਤ ਦੇ ਵਿੱਚ ਨਜ਼ਰ ਨਹੀਂ ਆਉਂਦਾ, ਇਹ ਦੋਗੀਆਂ ਜਾਂ ਧੌੜੀਆਂ ਦੇ ਵਿੱਚ ਖੇਤ ਦੇ ਵਿੱਚ ਨਜ਼ਰ ਆਉਂਦਾ, ਇੱਕਸਾਰ ਇਹ ਨਹੀਂ ਆਉਂਦਾ। ਤੇ ਇਸ ਦੇ ਜਿਹੜਾ ਹਮਲਾ ਕਿਸਾਨ ਵੀਰੋ ਉਹ ਲਗਭਗ ਜਦੋਂ ਖੇਤ ਦੇ ਵਿੱਚ ਮੁੰਜਰਾਂ ਨਿਕਲ ਆਉਂਦੀਆਂ, ਉਸ ਤੋਂ ਬਾਅਦ ਜਦੋਂ ਬੂਟਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ, ਬੂਟੇ ਦਾ ਜਿਹੜਾ ਭੋਜਨ ਆ ਉਹ ਜੜ੍ਹਾਂ ਵੱਲਾਂ ਨੂੰ ਉੱਪਰ ਨੂੰ ਜੋ ਦਾਣਿਆਂ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ, ਉਦੋਂ ਹੁੰਦਾ। ਇਹ ਬਹੁਤ ਇੱਕ ਕ੍ਰਿਟੀਕਲ ਸਟੇਜ ਹੁੰਦੀ ਹੈ ਝੋਨੇ ਦੇ ਵਿੱਚ, ਜਦੋਂ ਦਾਣੇ ਬਣ ਲੱਗ ਜਾਂਦੇ ਆ, ਦੋਧਾ ਭਰਨ ਲੱਗ ਜਾਂਦਾ, ਉਦੋਂ ਇਸ ਦਾ ਹਮਲਾ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਦਾ। ਜੋ ਅਗਲੀ ਗੱਲ ਆ ਕਿ ਇਸ ਦੇ ਲਈ ਅਨੁਕੂਲ ਹਾਲਤਾਂ ਕਿਹੜੀਆਂ ਹੁੰਦੀਆਂ, ਤਾਂ ਕਿਸਾਨ ਵੀਰੋ ਇਸ ਦੇ ਲਈ ਅਨੁਕੂਲ ਹਾਲਤਾਂ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਬਣੀਆਂ ਰਹਿੰਦੀਆਂ। ਜਦੋਂ ਵੀ ਹਵਾ ਦੇ ਵਿੱਚ ਜ਼ਿਆਦਾ ਨਮੀ ਹੁੰਦੀ ਹੈ, ਬੱਦਲਵਾਈ ਬਣੀ ਰਹਿੰਦੀ ਹੈ ਜਾਂ ਜ਼ਿਆਦਾ ਮੀਂਹ ਪੈਂਦੇ ਆ, ਤਾਂ ਇਹ ਸਾਰੀਆਂ ਇਸ ਦੇ ਲਈ ਅਨੁਕੂਲ ਹਾਲਤਾਂ। ਤੇ ਇਸ ਤੋਂ ਇਲਾਵਾ ਜਿਹੜੇ ਕਿਸਾਨ ਵੀਰ ਜ਼ਿਆਦਾ ਸੰਘਣਾ ਝੋਨਾ ਲਗਾਉਂਦੇ ਆ ਜਾਂ ਜਿੱਥੇ ਜ਼ਿਆਦਾ ਯੂਰੀਆ ਖਾਦ ਦੀ ਵਰਤੋਂ ਕਰਦੇ ਆ, ਨਾਈਟ੍ਰੋਜਨ ਖਾਦ ਦੀ ਵਰਤੋਂ ਕਰਦੇ ਆ, ਉਹਨਾਂ ਖੇਤਾਂ ਵਿੱਚ ਇਸ ਦਾ ਜ਼ਿਆਦਾ ਹਮਲਾ ਹੁੰਦਾ, ਕਿਉਂਕਿ ਯੂਰੀਆ ਜ਼ਿਆਦਾ ਪਾਉਣ ਦੇ ਨਾਲ ਜੋ ਬੂਟਾ ਉਹ ਇੱਕ ਤਾਂ ਜ਼ਿਆਦਾ ਹਰਾ ਭਰਾ ਰਹਿੰਦਾ ਤੇ ਦੂਸਰਾ ਉਸ ਦੇ ਪੱਤੇ ਤੇ ਟਾਹਣੀਆਂ ਜਿਹੜੀਆਂ ਨਰਮ ਹੁੰਦੀਆਂ, ਜਿਸ ਦੇ ਵਿੱਚ ਇਹਨਾਂ ਟਿੱਡਿਆਂ ਦੇ ਨਾਲ ਨਾਲ ਹੋਰ ਵੀ ਜਿਹੜੇ ਫੰਗਸ ਆ ਜਾਂ ਕੋਈ ਹੋਰ ਕੀੜੇ ਮਕੌੜੇ ਆ ਉਹਨਾਂ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਲਈ ਜਿਹੜੀ ਨਾਈਟ੍ਰੋਜਨ ਖਾਦ ਆ ਉਹ ਸਾਨੂੰ ਸਿਫਾਰਿਸ਼ ਕੀਤੀ ਹੀ ਵਰਤਣੀ ਚਾਹੀਦੀ ਆ, ਤਾਂ ਜੋ ਬਿਮਾਰੀਆਂ ਅਤੇ ਕੀਟਾਂ ਦੇ ਜਿਹੜਾ ਖਤਰਾ ਉਸ ਨੂੰ ਘਟਾਇਆ ਜਾ ਸਕੇ। ਸੋ ਕਿਸਾਨ ਵੀਰੋ, ਜਿਹੜੀ ਕਾਲੇ ਤੇਲੇ ਦਾ ਹਮਲਾ ਉਹ ਧੌੜੀਆਂ ਜਾਂ ਦੋਗੀਆਂ ਦੇ ਵਿੱਚ ਹੁੰਦਾ, ਤੇ ਇਸ ਲਈ ਜਿਹੜਾ ਸਾਨੂੰ ਖੇਤ ਦਾ ਸਰਵੇਖਣ ਆ ਉਹ ਅਲੱਗ-ਅਲੱਗ ਜਗ੍ਹਾ ਤੋਂ ਸਾਨੂੰ ਕਰਦੇ ਰਹਿਣਾ ਚਾਹੀਦਾ। ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਇਸ ਦਾ ਹਮਲਾ ਜਿਹੜਾ ਉਹ ਹੋ ਸਕਦਾ। ਖੇਤ ਦੇ ਵਿੱਚੋਂ ਕਿਤੋਂ ਵੀ ਤੁਸੀਂ 2 ਜਾਂ 3 ਬੂਟੇ 2 ਜਾਂ 3 ਦਿਨਾਂ ਬਾਅਦ ਜ਼ਰੂਰ ਦੇਖਦੇ ਰਹੋ। ਮੁੱਢ ਦੇ ਵਿੱਚ ਇਸ ਦਾ ਦੇਖਣਾ ਹੁੰਦਾ ਹੈ ਕਿ ਮੁੱਢ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਘਰ ਆ ਉਹ ਉੱਥੇ ਹੀ ਹੁੰਦਾ। ਜਦੋਂ ਵੀ ਤੁਸੀਂ ਬੂਟੇ ਨੂੰ ਦੇਖਣਾ ਤਾਂ ਬੂਟੇ ਨੂੰ ਥਾਪੜ ਕੇ ਦੇਖੋ ਜਾਂ ਝਾੜ ਕੇ ਦੇਖੋ। ਜੇਕਰ ਬੂਟੇ ਦੇ ਉੱਪਰ 5 ਜਾਂ 6 ਤੋਂ ਵੱਧ ਤੁਹਾਨੂੰ ਇਹ ਟਿੱਡੇ ਨਜ਼ਰ ਆਉਂਦੇ ਆ ਤਾਂ ਉਸ ਟਾਈਮ ਤੁਸੀਂ ਸਪਰੇਅ ਕਰੋ। ਕਿਸਾਨ ਵੀਰੋ, ਜਿਹੜੀਆਂ ਇਹਦੀਆਂ ਖਾਸ ਨਿਸ਼ਾਨੀਆਂ ਜਾਂ ਮੁੱਢਲੀਆਂ ਨਿਸ਼ਾਨੀਆਂ ਉਹ ਇਹੀ ਆ ਕਿ ਜਦੋਂ ਵੀ ਇਹ ਜਿਹੜੇ ਟਿੱਡੇ ਆ ਇਹ ਇੱਕ ਤਾਂ ਮੁੱਢ ਦੇ ਵਿੱਚ ਰਹਿੰਦੇ ਆ, ਮੁੱਢ ਦੇ ਵਿੱਚ ਬੈਠ ਕੇ ਜਿਹੜਾ ਭੋਜਨ ਹੁੰਦਾ ਬੂਟੇ ਦੁਆਰਾ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੁਆਰਾ ਬਣਾਇਆ ਜਾਂਦਾ, ਜਦੋਂ ਬੂਟਾ ਉਸ ਨੂੰ ਦਾਣਿਆਂ ਦੇ ਵਿੱਚ ਟਰਾਂਸਫਰ ਕਰਨਾ ਚਾਹੁੰਦਾ ਤਾਂ ਇਹ ਮੁੱਢਾਂ ਦੇ ਵਿੱਚ ਬੈਠ ਕੇ ਉਸ ਰਸ ਨੂੰ ਚੂਸਦੇ ਰਹਿੰਦੇ ਆ, ਤੇ ਜਿਹੜਾ ਇਹ ਭੋਜਨ ਆ ਉਹ ਬੂਟੇ ਦੇ ਉੱਪਰਲੇ ਪੱਤਿਆਂ ਤੱਕ ਜਾਂ ਦਾਣਿਆਂ ਤੱਕ ਨਹੀਂ ਪਹੁੰਚਦਾ। ਜਿਹੜੇ ਬੂਟੇ ਆ ਉੱਪਰਲੇ ਹਿੱਸਿਆਂ ਤੋਂ ਮੁੱਢਾਂ ਵੱਲ ਨੂੰ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਆ, ਤੇ ਹੌਲੀ ਹੌਲੀ ਜਿਹੜੇ ਬੂਟੇ ਆ ਝੁਲਸ ਜਾਂਦੇ ਆ, ਪੀਲੇ ਹੋ ਕੇ ਪੀਲੀ ਭਾਅ ਮਾਰਨ ਲੱਗ ਜਾਂਦੇ ਆ। ਤੇ ਇਹਨਾਂ ਦਾ ਹਮਲਾ ਜਿਹੜਾ ਹੌਲੀ ਹੌਲੀ ਜਿਵੇਂ ਜਿਵੇਂ ਇਹਨਾਂ ਦੀ ਗਿਣਤੀ ਟਿੱਡਿਆਂ ਦੀ ਵੱਧਦੀ ਰਹਿੰਦੀ ਹੈ ਤੇ ਹੌਲੀ ਹੌਲੀ ਜੋ ਇਹ ਧੌੜੀਆਂ ਜਾਂ ਦੋਗੀਆਂ ਉਹਨਾਂ ਦਾ ਏਰੀਆ ਵੀ ਵੱਧਦਾ ਜਾਂਦਾ। ਇਸ ਲਈ ਸਾਨੂੰ ਸਮੇਂ ਸਿਰ ਇਹਨਾਂ ਦਾ ਕੰਟਰੋਲ ਕਰ ਲੈਣਾ ਚਾਹੀਦਾ। ਜਦੋਂ ਇੱਕ ਬੂਟੇ ਦਾ ਰਸ ਚੂਸ ਲੈਂਦੇ ਆ, ਬੂਟਾ ਮਰ ਜਾਂਦਾ, ਤਾਂ ਇਹ ਉਸ ਬੂਟੇ ਤੋਂ ਨਾਲ ਦੇ ਸਿਹਤਮੰਦ ਬੂਟੇ ਤੇ ਚਲੇ ਜਾਂਦੇ ਆ ਤੇ ਹੌਲੀ ਹੌਲੀ ਉਸ ਦਾ ਰਸ ਚੂਸਦੇ ਰਹਿੰਦੇ ਆ। ਤੇ ਇਸੇ ਤਰ੍ਹਾਂ ਕਈ ਵਾਰ ਸਾਰੀ ਫਸਲ ਜਿਹੜਾ ਆਪਣਾ ਸਾਰਾ ਖੇਤ ਆ ਉਹ ਇਹਨਾਂ ਤੋਂ ਪ੍ਰਭਾਵਿਤ ਹੋ ਜਾਂਦਾ। ਇਸ ਲਈ ਇਹਨਾਂ ਦਾ ਸਮੇਂ ਸਿਰ ਆਪਾਂ ਨੂੰ ਰੋਕਥਾਮ ਕਰ ਲੈਣੀ ਚਾਹੀਦੀ। ਅੱਗੇ ਆਪਾਂ ਹੁਣ ਸਪਰੇਆਂ ਦੀ ਗੱਲ ਕਰਾਂਗੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਵਾਰ ਕਿਹੜੀਆਂ ਸਪਰੇਆਂ ਜਿਹੜੀਆਂ ਇਹਨਾਂ ਲਈ ਸਿਫਾਰਿਸ਼ ਕੀਤੀਆਂ ਗਈਆਂ ਇਹਨਾਂ ਦੀ ਰੋਕਥਾਮ ਦੇ ਲਈ। ਕਿਸਾਨ ਵੀਰੋ, ਜਿਹੜੀ ਪਹਿਲੀ ਗੱਲ ਆ ਉਹ ਇਹੀ ਆ ਕਿ ਜਿਹੜੀ ਸਪਰੇਅ ਆ ਅਸੀਂ ਕਦੋਂ ਕਰਨੀ ਆ ਉਸ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਕਈ ਕਿਸਾਨ ਵੀਰ ਕੀ ਕਰਦੇ ਆ ਕਿ ਹਜੇ ਖੇਤ ਦੇ ਵਿੱਚ ਹੋਪਰ ਦਾ ਅਟੈਕ ਹੋਇਆ ਨਹੀਂ ਹੁੰਦਾ ਤੇ ਉਹ ਪਹਿਲਾਂ ਹੀ ਸਪਰੇਆਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਜਿਸ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਤੇ ਕਿਸਾਨ ਵੀਰੋ, ਗੋਬ ਦੇ ਵਿੱਚ ਜਦੋਂ ਆਪਾਂ 2 ਜਾਂ 3 ਸਪਰੇਆਂ ਉਦੋਂ ਕਹਿ ਦਿੰਦੇ ਆ ਕਿ ਇਹਦੇ ਵਿੱਚ ਆਹ ਰਲਾ ਦਿਓ, ਇਸ ਦੇ ਨਾਲ ਕਾਲਾ ਤੇਲਾ ਨਹੀਂ ਆਉਂਦਾ,
ਉਹਨਾਂ ਸਪਰੇਆਂ ਦਾ ਕੋਈ ਵੀ ਫਾਇਦਾ ਨਹੀਂ, ਉਹ ਸਗੋਂ ਆਪਣਾ ਖਰਚਾ ਹੀ ਵਧਾਉਂਦੀਆਂ। ਤੇ ਦੂਸਰਾ ਉਸ ਦੇ ਨਾਲ ਜਿਹੜੀ ਹੋਪਰ ਦਾ ਜੇ ਅਟੈਕ ਨਹੀਂ ਹੋਇਆ ਹੁੰਦਾ ਤੇ ਹੋਪਰ ਦਾ ਅਟੈਕ ਜਦੋਂ ਹੋਣਾ ਹੁੰਦਾ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਜਿਹੜੀ ਉਹ ਪੈਦਾ ਹੋ ਜਾਂਦੀ ਆ। ਇੱਕ ਤਾਂ ਆਪਣਾ ਖਰਚਾ ਵੱਧ ਜਾਂਦਾ ਤੇ ਦੂਸਰਾ ਜਿਹੜਾ ਹੋਪਰ ਆ ਉਹ ਵੀ ਸਹੀ ਤਰੀਕੇ ਨਾਲ ਕੰਟਰੋਲ ਨਹੀਂ ਹੁੰਦਾ। ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਸਪਰੇਅ ਅਸੀਂ ਕਦੋਂ ਕਰਨੀ ਆ। ਜਦੋਂ ਵੀ ਤੁਸੀਂ ਖੇਤ ਦਾ ਸਰਵੇਖਣ ਕਰਦੇ ਰਹਿੰਦੇ ਹੋ ਤਾਂ ਜਦੋਂ ਤੁਸੀਂ ਬੂਟੇ ਨੂੰ ਝਾੜ ਕੇ ਦੇਖਦੇ ਹੋ, ਜੇਕਰ 5 ਤੋਂ 6 ਜਿਹੜੇ ਹੋਪਰ ਆ ਉਹ ਬੂਟੇ ਤੋਂ ਝੜਦੇ ਆ ਤਾਂ ਉਸ ਸਮੇਂ ਜਿਹੜਾ ਸਹੀ ਸਪਰੇਅ ਕਰਨ ਦਾ ਸਹੀ ਸਮਾਂ ਇਹੀ ਆ ਕਿ ਜਦੋਂ ਬੂਟੇ ਦੇ ਉੱਪਰ 5 ਤੋਂ 6 ਇਹਨਾਂ ਦੀ ਗਿਣਤੀ ਵੱਧ ਜਾਂਦੀ ਆ, ਉਸ ਸਮੇਂ ਇਸ ਦੀ ਸਪਰੇਅ ਕਰਨੀ ਚਾਹੀਦੀ ਆ। ਹੋਪਰ ਖੇਤ ਵਿੱਚ ਆਉਣ ਤੋਂ ਪਹਿਲਾਂ ਸਪਰੇਅ ਕਰਨ ਦਾ ਕੋਈ ਵੀ ਮਤਲਬ ਜਾਂ ਫਾਇਦਾ ਨਹੀਂ ਹੁੰਦਾ। ਸੋ ਜਿਹੜੀ ਅਗਲੀ ਗੱਲ ਆ ਕਿ ਕਿਹੜੀਆਂ ਸਪਰੇਆਂ ਅਸੀਂ ਇਸ ਦੇ ਲਈ ਵਰਤ ਸਕਦੇ ਹਾਂ, ਤਾਂ ਕਿਸਾਨ ਵੀਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਵਾਰ 4 ਸਪਰੇਆਂ ਇਹਨਾਂ ਦੀ ਰੋਕਥਾਮ ਦੇ ਲਈ ਸਿਫਾਰਸ਼ ਕੀਤੀਆਂ ਗਈਆਂ। ਜਿਹੜੀ ਪਹਿਲੀ ਸਪਰੇਅ ਆ ਉਹ ਹੈਗੀ ਹੈ ਪੈਕਸਾਲੋਨ 10 ਐਸੀ ਤਾਕਤ ਦੀ ਆ। ਇਸ ਦੇ ਵਿੱਚ ਜਿਹੜਾ ਟਰਾਈਫਲੂ ਮੀਜ਼ੋਪਾਇਰਮ ਨਾਮ ਦਾ ਟੈਕਨੀਕਲ ਹੁੰਦਾ, ਇਸ ਦੀ ਅਸੀਂ 94 ਮਿਲੀਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜੀ ਡੋਜ਼ ਆ ਉਹ ਵਰਤ ਸਕਦੇ ਹਾਂ। ਅਗਲੀ ਸਪਰੇਅ ਹੈਗੀ ਆ ਚੈਸ 50WG ਤਾਕਤ ਦੀ। ਇਸ ਦੇ ਵਿੱਚ ਪਾਈਮੈਟਰੋਜ਼ਿਨ ਜਿਹੜਾ ਟੈਕਨੀਕਲ ਹੁੰਦਾ, ਇਸ ਦੀ ਅਸੀਂ 120 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜੀ ਡੋਜ਼ ਆ ਉਹ ਵਰਤ ਸਕਦੇ ਹਾਂ। ਤੀਜੀ ਜਿਹੜੀ ਦਵਾਈ ਆ ਕਿਸਾਨ ਵੀਰੋ ਹੈਗੀ ਹੈ ਕਨਫੀਡੋਰ 200 SL। ਇਸ ਦੇ ਵਿੱਚ ਅਮੀਡਾ ਕਲੋਪਰਿਡ ਜਿਹੜਾ ਨਾਮ ਦਾ ਟੈਕਨੀਕਲ ਹੁੰਦਾ, ਇਸ ਦੀ ਅਸੀਂ 40 ਮਿਲੀਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜੀ ਡੋਜ਼ ਆ ਉਹ ਵਰਤ ਸਕਦੇ ਹਾਂ। ਤੇ ਜਿਹੜੀ ਚੌਥੀ ਦਵਾਈ ਹੈਗੀ ਆ ਉਹ ਹੈਗੀ ਆ ਜੀ ਐਕਾਲਕਸ। ਐਕਾਲਕਸ ਦੇ ਵਿੱਚ ਕੁਇਨਲ ਫੋਰਸ ਨਾਮ ਦਾ ਇੱਕ ਟੈਕਨੀਕਲ ਹੁੰਦਾ, ਜਿਸ ਦੀ ਅਸੀਂ 800 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਡੋਜ਼ ਆ ਉਹ ਵਰਤ ਸਕਦੇ ਹਾਂ। ਇਹ ਸਪਰੇਆਂ ਅਸੀਂ ਉਦੋਂ ਹੀ ਕਰਨੀਆਂ ਜਦੋਂ ਸਾਨੂੰ ਖੇਤ ਦੇ ਵਿੱਚ ਇਹ ਹੋਪਰ ਨਜ਼ਰ ਆਉਂਦਾ। ਜਦੋਂ ਤੁਹਾਨੂੰ ਕਿਸੇ ਵੀ ਧੌੜੀ ਜਾਂ ਦੋਗੀ ਦੇ ਵਿੱਚ ਇਹ ਹੋਪਰ ਨਜ਼ਰ ਆਉਂਦਾ ਤਾਂ ਸਭ ਤੋਂ ਪਹਿਲਾਂ ਸਪਰੇਅ ਆ ਜਿਹੜੀ ਉਹ ਇਸ ਹੋਪਰ ਦੀ ਰੋਕਥਾਮ ਦੇ ਲਈ ਉਸ ਦੋਗੀ ਜਾਂ ਧੌੜੀ ਦੇ ਵਿੱਚ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਤੇ ਉਸ ਤੋਂ 3 ਤੋਂ 4 ਮੀਟਰ ਦੀ ਜਿਹੜੇ ਦੂਰੀ ਆ ਉੱਥੋਂ ਤੱਕ ਉਹਦੇ ਆਲੇ ਦੁਆਲੇ ਘੇਰੇ ਦੇ ਵਿੱਚ ਉਹ ਸਪਰੇਅ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੀ ਹੋਪਰ ਦੀ ਜਿਹੜਾ ਹਮਲਾ ਉਹ ਬਾਕੀ ਖੇਤ ਦੇ ਵਿੱਚ ਅਸੀਂ ਬਚਾ ਸਕੀਏ। ਸੋ ਕਿਸਾਨ ਵੀਰੋ ਜਿਹੜੀ ਇਹ ਸਪਰੇਅ ਕਰਨ ਦਾ ਸਹੀ ਢੰਗ ਕੀ ਆ, ਉਸ ਦੇ ਲਈ ਜਿਹੜਾ ਖੇਤ ਆ ਉਸ ਦੇ ਵਿੱਚ ਪਾਣੀ ਖੜਾ ਬਿਲਕੁਲ ਨਹੀਂ ਹੋਣਾ ਚਾਹੀਦਾ। ਖੇਤ ਵਿੱਚ ਪਾਣੀ ਨਾ ਹੋਵੇ ਸਪਰੇਅ ਕਰਨ ਸਮੇਂ। ਤੇ ਜਿਹੜੀ ਅਸੀਂ ਸਪਰੇਅ ਕਰਨੀ ਆ, ਜੇਕਰ ਅਸੀਂ ਬੂਟੇ ਦੇ ਮੁੱਢਾਂ ਵੱਲ ਨੂੰ ਸਪਰੇਅ ਕਰਦੇ ਹਾਂ ਤਾਂ ਸਾਨੂੰ ਜਿਹੜੀ ਸਪਰੇਅ ਦਾ ਰਿਜ਼ਲਟ ਵੀ ਵਧੀਆ ਮਿਲਦਾ ਤੇ ਜਲਦੀ ਮਿਲਦਾ, ਜਿਸ ਦੇ ਨਾਲ ਜਿਹੜਾ ਹੋਪਰ ਆ ਉਹ ਅਸੀਂ ਛੇਤੀ ਕੰਟਰੋਲ ਕਰ ਸਕਦੇ ਹਾਂ। ਸਪਰੇਅ ਕਰਨ ਸਮੇਂ ਜਿਹੜੀ ਆਪਣੀ ਢੋਲੀ ਦੀ ਲਾਂਸ ਹੁੰਦੀ ਆ, ਜਿਹੜੀ ਢੋਲੀ ਦੀ ਨਾਲੀ ਆ, ਸਪਰੇਅ ਕਰਨ ਦਾ ਸਮੇਂ ਉਸ ਦਾ ਮੂੰਹ ਆ ਜਿਹੜਾ ਉਹ ਝੋਨੇ ਦੇ ਮੁੱਢਾਂ ਵੱਲ ਨੂੰ ਕਰ ਦੇਣਾ ਚਾਹੀਦਾ, ਕਿਉਂਕਿ ਜਿਹੜੇ ਹੋਪਰ ਹੁੰਦਾ ਉਹ ਮੁੱਢਾਂ ਦੇ ਵਿੱਚ ਹੀ ਆਪਣਾ ਘਰ ਬਣਾ ਕੇ ਰਹਿੰਦਾ। ਤੇ ਜੇਕਰ ਅਸੀਂ ਸਪਰੇਅ ਮੁੱਢਾਂ ਵੱਲ ਨੂੰ ਕਰਾਂਗੇ ਤਾਂ ਸਾਨੂੰ ਵਧੀਆ ਰਿਜ਼ਲਟ ਮਿਲੇਗਾ। ਤੇ ਜਿਹੜੀ ਕਿਸਾਨ ਵੀਰੋ ਇੱਕ ਹੋਰ ਗੱਲ ਆ ਕਿ ਸਪਰੇਅ ਕਰਦੇ ਸਮੇਂ ਜਾਂ ਸਪਰੇਅ ਖਰੀਦਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਕਿਸਾਨ ਵੀਰੋ ਜਦੋਂ ਵੀ ਅਸੀਂ ਦੁਕਾਨਾਂ ਤੇ ਸਪਰੇਅ ਲੈਣ ਲਈ ਜਾਂਦੇ ਆ ਤਾਂ ਜਿਹੜੇ ਕਿਸਾਨ ਵੀ ਜਿਹੜੇ ਡੀਲਰ ਆ ਉਹ ਕੀ ਕਰਦੇ ਆ ਕਿ ਕਿਸਾਨ ਵੀਰਾਂ ਨੂੰ ਪੁਸਲਾ ਕੇ ਜਿਹੜੀ ਸਪਰੇਅ ਆ ਉਹ ਹੋਰ ਹੀ ਫੜਾ ਦਿੰਦੇ ਆ। ਜਿਵੇਂ ਸਿੰਥੈਟਿਕ ਪੈਰਾਥਰਾਈਡ ਜ਼ਹਿਰਾਂ ਹੁੰਦੀਆਂ ਕਿ ਆਪਾਂ ਲੈਣ ਤਾਂ ਕੋਈ ਹੋਰ ਜਾਂਦੇ ਆ, ਫੜਾ ਕੋਈ ਹੋਰ ਦਿੰਦੇ ਆ, ਜਿਵੇਂ ਡੈਲਟਾ ਫੜਾ ਦਿੰਦੇ ਆ, ਲੈਮਡਾ, ਕਿ ਇਹਨਾਂ ਦਾ ਅਸਰ ਬਹੁਤ ਜ਼ਿਆਦਾ, ਇਹ ਤੇਜ਼ ਬਹੁਤ ਆ। ਪਰ ਕਿਸਾਨ ਵੀਰੋ ਜਿਹੜੀ ਇਹ ਸਪਰੇਆਂ ਹੈਗੀਆਂ ਸਾਈਪਰਮੈਥਰੀਨ ਆ, ਜਿਵੇਂ ਡੈਲਟਾ ਮੈਥਰੀਨ ਆ, ਲੈਮਡਾ ਹੈਗੀ ਆ, ਇਹਨਾਂ ਸਪਰੇਆਂ ਦਾ ਹੁਣ ਹੋਪਰ ਤੇ ਕੋਈ ਵੀ ਅਸਰ ਨਹੀਂ ਹੁੰਦਾ। ਸਗੋਂ ਇਹ ਜਿਹੜੀਆਂ ਸਪਰੇਆਂ ਹੈਗੀਆਂ ਇਹ ਹੁਣ ਹੋਪਰ ਦਾ ਖਾਣ ਬਣ ਚੁੱਕੀਆਂ, ਉਹਨਾਂ ਦੀ ਖੁਰਾਕ ਬਣ ਚੁੱਕੀਆਂ। ਜੇਕਰ ਅਸੀਂ ਇਹ ਸਪਰੇਆਂ ਕਰਦੇ ਹਾਂ ਤਾਂ ਇਸ ਦਾ ਉਲਟਾ ਪ੍ਰਭਾਵ ਹੁੰਦਾ, ਜਿਹੜਾ ਕਾਲਾ ਤੇਲਾ ਉਹ ਮਰਨ ਦੀ ਜਗ੍ਹਾ ਤੇ ਇਹਨਾਂ ਦੀ ਗਿਣਤੀ ਹੋਰ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹਨਾਂ ਸਪਰੇਆਂ ਤੋਂ ਸਾਨੂੰ ਗਰੇਜ਼ ਕਰਨਾ ਚਾਹੀਦਾ, ਪਰਹੇਜ਼ ਕਰਨਾ ਚਾਹੀਦਾ। ਤੇ ਜਿਹੜਾ ਸਹੀ ਸਮਾਂ ਇੱਕ ਉਸ ਦਾ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਸਪਰੇਅ ਸਿਰਫ ਉਦੋਂ ਹੀ ਕਰਨੀ ਆ ਜਦੋਂ ਸਾਨੂੰ ਖੇਤ ਦੇ ਵਿੱਚ ਨਜ਼ਰ ਆਉਂਦਾ। ਜੇਕਰ ਅਸੀਂ ਗੋਭ ਦੇ ਵਿੱਚ ਹੀ ਇਸ ਦੀ ਸਪਰੇਅ ਕਰ ਦਿੰਦੇ ਆ ਆਪਣਾ ਲੇਬਰ ਦਾ ਖਰਚਾ ਘਟਾਉਣ ਦੇ ਲਈ, ਤਾਂ ਉਸ ਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ, ਸਗੋਂ ਉਸ ਦਾ ਉਲਟਾ ਨੁਕਸਾਨ ਹੀ ਹੁੰਦਾ। ਇੱਕ ਤਾਂ ਸਾਡੀ ਸਪਰੇਅ ਖਤਮ ਹੁੰਦੀ ਹੈ ਤੇ ਦੂਸਰੀ ਜਿਹੜੀ ਹੋਪਰ ਦੇ ਵਿੱਚ ਉਹ ਸਹਿਣਸ਼ੀਲਤਾ ਹੋਰ ਉੱਭਰ ਕੇ ਆ ਜਾਂਦੀ ਹੈ, ਤੇ ਜਿਸ ਦੇ ਨਾਲ ਜਿਹੜੀ ਆਪਾਂ ਦੂਜੀ ਸਪਰੇਅ ਕਰਾਂਗੇ ਉਸ ਦੇ ਨਾਲ ਵੀ ਇਸ ਦਾ ਸਹੀ ਕੰਟਰੋਲ ਨਹੀਂ ਹੁੰਦਾ। ਸੋ ਇਹ ਕੁਝ ਗੱਲਾਂ ਸੀਗੀਆਂ ਤੁਹਾਡੇ ਨਾਲ ਜ਼ਰੂਰੀ। ਜੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।